ਡੀਅਰ ਸਟੂਡੈਂਟਸ, ਅਕਾਊਂਟਸ ਦੀ ਲਾਸਟ ਕਲਾਸ ਦੇ ਵਿੱਚ ਅਸੀਂ ਸਬਸਕ੍ਰਿਪਸ਼ਨ ਇਨਕਮ ਨੂੰ ਕੈਲਕੂਲੇਟ ਕਰਨ ਦੇ ਲਈ ਇੱਕ ਕੁਐਸਚਨ ਕੀਤਾ ਸੀ, ਜਿਹਦੇ ਵਿੱਚ ਅਸੀਂ ਸਬਸਕ੍ਰਿਪਸ਼ਨ ਇਨਕਮ ਕੈਲਕੂਲੇਟ ਕੀਤੀ ਸੀਗੀ। ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਕਿਵੇਂ ਸਬਸਕ੍ਰਿਪਸ਼ਨ ਅਮਾਊਂਟ ਨੂੰ ਰਿਕਾਰਡ ਕੀਤਾ ਜਾਂਦਾ ਹੈ ਉਹ ਲਿਖਿਆ ਸੀ। ਸਬਸਕ੍ਰਿਪਸ਼ਨ ਦਾ ਅਕਾਊਂਟ ਕਿਵੇਂ ਬਣਦਾ ਹੈ ਉਹ ਲਿਖਿਆ ਸੀ। ਤੇ ਉਹ ਸਾਡੇ ਕੋਲ ਫਸਟ ਟਾਈਪ ਦਾ ਕੁਐਸਚਨ ਸੀਗਾ। ਪੇਪਰ ਦੇ ਵਿੱਚ ਇੱਕ ਹੋਰ ਟਾਈਪ ਦਾ ਕੁਐਸਚਨ ਵੀ ਸਬਸਕ੍ਰਿਪਸ਼ਨ ਦਾ ਆ ਸਕਦਾ ਹੈ, ਜੋ ਅਸੀਂ ਅੱਜ ਡਿਸਕਸ ਕਰਾਂਗੇ, ਜੋ ਕਿ ਸਾਡੇ ਕੋਲ ਸੈਕਿੰਡ ਟਾਈਪ ਦਾ ਕੁਐਸਚਨ ਹੈ ਸਬਸਕ੍ਰਿਪਸ਼ਨ ਦਾ। ਦੇਖੋ ਬੇਟਾ, ਸਬਸਕ੍ਰਿਪਸ਼ਨ ਦੀ ਕੈਲਕੂਲੇਸ਼ਨ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਏਗਾ। ਜਿਵੇਂ ਅਸੀਂ ਫਾਰਮੈਟ ਦੇ ਵਿੱਚ ਕੀਤਾ ਸੀ ਉੱਦਾਂ ਹੀ ਹੋਏਗਾ। ਆਊਟਸਟੈਂਡਿੰਗ ਸਬਸਕ੍ਰਿਪਸ਼ਨ ਜਿਹੜੀ ਹੈ, ਜਿਵੇਂ ਅਸੀਂ ਐਡ ਕਰਦੇ ਸੀ ਲੈਸ ਕਰਦੇ ਸੀ ਉੱਦਾਂ ਹੀ ਹੋਏਗੀ। ਰਿਸੀਵਡ ਇਨ ਐਡਵਾਂਸ ਸਬਸਕ੍ਰਿਪਸ਼ਨ ਵੀ ਜਿੱਦਾਂ ਅਸੀਂ ਐਡ ਕਰਦੇ ਸੀ ਲੈਸ ਕਰਦੇ ਸੀ ਉੱਦਾਂ ਹੀ ਹੋਏਗੀ। ਬਟ ਕੁਐਸਚਨ ਦੀ ਜਿਹੜੀ ਟਾਈਪ ਹੈ ਉਹ ਥੋੜੀ ਜਿਹੀ ਅਲੱਗ ਹੋਏਗੀ, ਕਿਉਂਕਿ ਜੋ ਪਿਛਲਾ ਕੁਐਸਚਨ ਅਸੀਂ ਕੀਤਾ ਹੈ ਉਹਦੇ ਵਿੱਚ ਸਾਨੂੰ ਸਾਰੀ ਇਨਫੋਰਮੇਸ਼ਨ ਗਿਵਨ ਹੁੰਦੀ ਸੀ ਤੇ ਅਸੀਂ ਦੋ ਚੀਜ਼ਾਂ ਅਮਾਊਂਟਾਂ ਜਿਹੜੀਆਂ ਆਏ ਆ, ਦੋ ਅਮਾਊਂਟਸ ਜਿਹੜੀਆਂ ਆਏ ਉਹਨਾਂ ਨੂੰ ਐਡ ਕਰਦੇ ਸੀ, ਦੋ ਲੈਸ ਕਰਦੇ ਸੀ। ਡਿਊਰਿੰਗ ਦੀ ਈਅਰ ਸਾਡੇ ਕੋਲ ਗਿਵਨ ਹੁੰਦੀ ਸੀ ਤੇ ਸਾਡੇ ਕੋਲ ਇਨਕਮ ਜਿਹੜੀ ਹੈ ਸਬਸਕ੍ਰਿਪਸ਼ਨ ਇਨਕਮ ਜਿਹੜੀ ਹੈ ਉਹ ਆ ਜਾਂਦੀ ਸੀ। ਬਟ ਇਸ ਕੁਐਸਚਨ ਦੇ ਵਿੱਚ ਥੋੜੀ ਜਿਹੀ ਚੇਂਜ ਹੈ। ਇਹਦੇ ਵਿੱਚ ਸਾਨੂੰ ਸਾਰੀ ਇਨਫੋਰਮੇਸ਼ਨ ਉਹ ਚਾਰੋਂ ਚੀਜ਼ਾਂ ਨਹੀਂ ਗਿਵਨ ਹੁੰਦੀਆਂ, ਸਾਡੇ ਕੋਲ ਕੁਛ ਇਨਫੋਰਮੇਸ਼ਨ ਗਿਵਨ ਹੁੰਦੀ ਹੈ। ਦੇਖੋ ਪਹਿਲਾਂ ਕੁਐਸਚਨ ਜਿਹੜੀ ਆ ਉਹ ਅਸੀਂ ਰੀਡ ਕਰਦੇ ਹਾਂ ਕੁਐਸਚਨ ਨੂੰ। ਕੈਲਕੂਲੇਟ ਸਬਸਕ੍ਰਿਪਸ਼ਨ ਇਨਕਮ ਐਂਡ ਸ਼ੋ ਇਨ ਬੈਲੈਂਸ ਸ਼ੀਟ। ਦੇਖੋ ਸਬਸਕ੍ਰਿਪਸ਼ਨ ਇਨਕਮ ਤਾਂ ਕੈਲਕੂਲੇਟ ਕਰਨੀ ਹੀ ਹੈ, ਨਾਲ ਅਸੀਂ ਉਸ ਇਨਕਮ ਨੂੰ ਬੈਲੈਂਸ ਸ਼ੀਟ ਦੇ ਵਿੱਚ ਵੀ ਸ਼ੋ ਕਰਨਾ ਹੈ। ਆਫ ਅਨਿਲ ਐਂਡ ਜੇਨ ਸਪੋਰਟਸ ਕਲੱਬ। ਅਨਿਲ ਐਂਡ ਜੇਨ ਕੋਈ ਸਪੋਰਟਸ ਕਲੱਬ ਹੈ ਉਹਦਾ। ਫਰੋਮ ਦੀ ਫੋਲੋਇੰਗ ਰਿਸਿਪਟ ਐਂਡ ਪੇਮੈਂਟ ਅਕਾਊਂਟ ਆਫ ਦੀ ਈਅਰ 2013 ਈਅਰ ਦਾ ਸਾਡੇ ਕੋਲ ਰਿਸਿਪਟ ਐਂਡ ਪੇਮੈਂਟ ਅਕਾਊਂਟ ਦਿੱਤਾ ਹੈ ਇਸ ਸਪੋਰਟਸ ਕਲੱਬ ਦਾ, ਜਿਹਦੇ ਵਿੱਚ ਸਾਨੂੰ ਸਬਸਕ੍ਰਿਪਸ਼ਨ ਇਨਕਮ ਦੱਸੀ ਹੋਈ ਹੈ, ਜੋ ਕਿ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਸ਼ੋਅ ਕਰਨੀ ਹੈ ਤੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਸ਼ੋਅ ਕਰਨੀ ਹੈ। ਦੇਖੋ ਰਿਸਿਪਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਸਾਡੇ ਕੋਲ ਸਬਸਕ੍ਰਿਪਸ਼ਨ ਗਿਵਨ ਹੈ, ਸਾਡੇ ਕੋਲ ਪ੍ਰੀਵੀਅਸ ਈਅਰ ਦੀ, ਕਰੰਟ ਈਅਰ ਦੀ ਤੇ ਨੈਕਸਟ ਈਅਰ ਤਿੰਨੋਂ ਈਅਰ ਦੀ ਜਿਹੜੀ ਹੈ ਸਾਡੇ ਕੋਲ ਸਬਸਕ੍ਰਿਪਸ਼ਨ ਇਨਕਮ ਗਿਵਨ ਹੈ। 2012 ਦੇ ਵਿੱਚ ਸਾਡੇ ਕੋਲ 3000, 2013 ਦੇ ਵਿੱਚ ਸਾਡੇ ਕੋਲ 55000 ਤੇ 2014 ਦੇ ਵਿੱਚ ਸਾਡੇ ਕੋਲ 2000 ਸਬਸਕ੍ਰਿਪਸ਼ਨ ਦਿੱਤੀ ਹੋਈ ਹੈ। ਅੱਗੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ, ਦੇਅਰ ਆਰ 600 ਮੈਂਬਰਸ ਈਚ ਪੇਇੰਗ ₹100 ਐਜ਼ ਸਬਸਕ੍ਰਿਪਸ਼ਨ। ਕਹਿੰਦੇ ਜਿਹੜਾ ਕਲੱਬ ਹੈ, ਜਿਹੜਾ ਇਹ ਸਪੋਰਟਸ ਕਲੱਬ ਹੈ, ਇਹਦੇ ਵਿੱਚ ਟੋਟਲ 600 ਮੈਂਬਰਸ ਹੈ। ਹਰ ਇੱਕ ਮੈਂਬਰ ਸਬਸਕ੍ਰਿਪਸ਼ਨ ਦੇ ਤੌਰ ਦੇ ਉੱਤੇ 100 ਰੁਪਇਆ ਪੇ ਕਰਦਾ ਹੈ। ਸਬਸਕ੍ਰਿਪਸ਼ਨ ਫॉर 2012 ਦੀ ਜਿਹੜੀ ਸਬਸਕ੍ਰਿਪਸ਼ਨ ਹੈ ਸਟਿਲ ਆਊਟਸਟੈਂਡਿੰਗ ਕਿ 2013 ਤੱਕ ਵੀ ਉਹ ਆਊਟਸਟੈਂਡਿੰਗ ਹੀ ਹੈ, ₹1000। ਸ਼ੋ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਐਂਡ ਸ਼ੋ ਇਨ ਬੈਲੈਂਸ ਸ਼ੀਟ। ਜਿਹੜੀ ਸਬਸਕ੍ਰਿਪਸ਼ਨ ਇਨਕਮ ਹੈ ਉਹਨੂੰ ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਸ਼ੋ ਕਰਨਾ ਹੈ ਤੇ ਬੈਲੈਂਸ ਸ਼ੀਟ ਦੇ ਵਿੱਚ ਸ਼ੋ ਕਰਨਾ ਹੈ। ਸਾਡੇ ਕੋਲ ਇੱਕ ਫਾਰਮੂਲਾ ਹੈ ਸਬਸਕ੍ਰਿਪਸ਼ਨ ਇਨਕਮ ਨੂੰ ਕੈਲਕੂਲੇਟ ਕਰਨ ਦਾ, ਜੋ ਹੈ ਸਾਡੇ ਕੋਲ ਨੰਬਰ ਆਫ ਮੈਂਬਰਸ ਨੂੰ ਜਦੋਂ ਆਪਾਂ ਮਲਟੀਪਲਾਈ ਕਰਦੇ ਹਾਂ ਰੇਟ ਆਫ ਸਬਸਕ੍ਰਿਪਸ਼ਨ ਦੇ ਨਾਲ ਤਾਂ ਸਾਡੇ ਕੋਲ ਟੋਟਲ ਸਬਸਕ੍ਰਿਪਸ਼ਨ ਇਨਕਮ ਆ ਜਾਂਦੀ ਹੈ। ਹੁਣ ਇਸ ਕੁਐਸਚਨ ਦੇ ਅਕੋਰਡਿੰਗ ਸਾਡੇ ਕੋਲ ਦੇਖੋ 600 ਮੈਂਬਰਸ ਹੈ ਤੇ ਹਰ ਇੱਕ ਮੈਂਬਰ 100 ਰੁਪਇਆ ਪੇ ਕਰਦਾ ਹੈ। 600 ਮੈਂਬਰਸ ਨੂੰ ਜਦੋਂ ਆਪਾਂ 100 ਰੁਪਏ ਸਬਸਕ੍ਰਿਪਸ਼ਨ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਟੋਟਲ 60000 ਰੁਪਇਆ ਆ ਜਾਂਦਾ ਹੈ, ਜੋ ਕਿ ਸਾਨੂੰ ਈਅਰ ਦੇ ਐਂਡ ਦੇ ਉੱਤੇ ਰਿਸੀਵ ਹੋਣਾ ਚਾਹੀਦਾ ਹੈ। 60000 ਰੁਪਇਆ ਸਾਡੀ ਟੋਟਲ ਈਅਰ ਦੀ ਸਬਸਕ੍ਰਿਪਸ਼ਨ ਇਨਕਮ ਹੈ ਜੋ ਸਾਨੂੰ ਮਿਲਣੀ ਚਾਹੀਦੀ ਹੈ। ਹੁਣ ਦੇਖਦੇ ਹਾਂ, ਸਾਡੇ ਕੋਲ 3 ਈਅਰ ਦਿੱਤੇ ਹੋਏ ਹੈ 2012, 13 ਤੇ 14। ਹੁਣ ਦੇਖੋ 2012 ਸਾਡੇ ਕੋਲ ਪ੍ਰੀਵੀਅਸ ਈਅਰ ਹੈ, 2013 ਜਿਸ ਸਾਲ ਦਾ ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਤੇ ਬੈਲੈਂਸ ਸ਼ੀਟ ਬਣਾਉਣੀ ਹੈ ਉਹ ਹੈ ਸਾਡੇ ਕੋਲ ਕਰੰਟ ਈਅਰ 2013 ਤੇ ਨੈਕਸਟ ਈਅਰ ਹੈ ਸਾਡੇ ਕੋਲ 2014। ਹੁਣ ਰਿਸੀਵ ਦੇਖੋ, ਰਿਸਿਪਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਸਾਡੇ ਕੋਲ 2012 ਦੇ ਵਿੱਚ 3000 ਰੁਪਇਆ ਰਿਸੀਵ ਹੋਇਆ ਹੈ, 2013 ਦੇ ਵਿੱਚ 55000 ਰਿਸੀਵ ਹੋਇਆ ਹੈ ਤੇ 2014 ਦੇ ਵਿੱਚ 2000 ਰਿਸੀਵ ਹੋਇਆ ਹੈ। ਹੁਣ ਦੇਖੋ ਕੁਐਸਚਨ ਦੇ ਵਿੱਚ ਸਾਨੂੰ ਦੱਸਿਆ ਹੈ ਕਿ 2012 ਦੀ ਜਿਹੜੀ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਹੈ ਉਹ ਸਟਿਲ ਆਊਟਸਟੈਂਡਿੰਗ ਹੈ, ਮਤਲਬ 2012 ਦੇ ਵਿੱਚ ਸਾਡੇ ਕੋਲ 1000 ਰੁਪਇਆ ਆਊਟਸਟੈਂਡਿੰਗ ਇਨਕਮ ਹੈ। ਉਹ ਆਪਾਂ ਐਡ ਕਰਾਂਗੇ ਤਾਂ ਸਾਡੇ ਕੋਲ ਟੋਟਲ ਕਿੰਨੀ ਆਊਟਸਟੈਂਡਿੰਗ ਹੋਗੀ 4000। ਹੁਣ ਦੇਖੋ ਕਰੰਟ ਈਅਰ ਦੇ ਵਿੱਚ ਸਾਡੇ ਕੋਲ 55000 ਰੁਪਇਆ ਡਿਊਰਿੰਗ ਦੀ ਈਅਰ ਰਿਸੀਵ ਹੋ ਚੁੱਕਿਆ ਹੈ ਤੇ ਟੋਟਲ ਸਾਨੂੰ ਪਤਾ ਹੈ ਕਿ 60000 ਰੁਪਇਆ ਸਾਨੂੰ ਟੋਟਲ ਸਾਲ ਦੇ ਐਂਡ ਤੱਕ ਮਿਲਣਾ ਚਾਹੀਦਾ ਹੈ ਤੇ
ਅਸੀਂ 600 ਨੂੰ ਜਦੋਂ 100 ਨਾਲ ਮਲਟੀਪਲਾਈ ਕੀਤਾ ਤਾਂ ਸਾਡੇ ਕੋਲ 60,000 ਟੋਟਲ ਸਬਸਕ੍ਰਿਪਸ਼ਨ ਆ ਗਈ ਜਿਹੜੀ ਕਿ ਸਾਨੂੰ ਰਿਸੀਵ ਹੋਣੀ ਚਾਹੀਦੀ ਸੀ। ਪਰ ਸਾਨੂੰ ਕਿੰਨਾ ਰਿਸੀਵ ਹੋਇਆ 55,000। ਹੁਣ 60,000 ਚੋਂ ਜਦੋਂ ਅਸੀਂ 55,000 ਮਾਈਨਸ ਕੀਤਾ ਤਾਂ ਸਾਡੇ ਕੋਲ 5,000 ਬਚਿਆ ਤੇ ਉਹ 5,000 ਰੁਪਈਆ ਸਾਨੂੰ ਮਿਲਿਆ ਨਹੀਂ ਹੈ। ਜਿਹੜੀ ਅਮਾਉਂਟ ਸਾਨੂੰ ਮਿਲਦੀ ਨਹੀਂ ਹੈ ਉਹ ਹੁੰਦੀ ਸਾਡੀ ਆਊਟਸਟੈਂਡਿੰਗ ਅਮਾਉਂਟ, ਤੇ ਉਹ ਆਊਟਸਟੈਂਡਿੰਗ ਕਿਹੜੀ ਹੈ ਐਂਡ ਦੀ ਆਊਟਸਟੈਂਡਿੰਗ ਹੈ, ਕਿਉਂਕਿ 31 ਦਸੰਬਰ 2013 ਨੂੰ ਜਿਹੜਾ ਹੈ ਸਾਨੂੰ ਪਤਾ ਲੱਗਿਆ ਕਿ ਇਹ ਸਬਸਕ੍ਰਿਪਸ਼ਨ ਸਾਡੀ ਆਊਟਸਟੈਂਡਿੰਗ ਹੈ। 2013 ਦੇ ਐਂਡ ਤੱਕ ਉਹ ਸਬਸਕ੍ਰਿਪਸ਼ਨ ਸਾਡੀ ਆਊਟਸਟੈਂਡਿੰਗ ਹੈ, ਇਸ ਲਈ ਉਹਨੂੰ ਆਪਾਂ ਐਡ ਕਰਾਂਗੇ ਤਾਂ ਸਾਡੇ ਕੋਲ ਟੋਟਲ ਜਿਹੜੀ ਸਬਸਕ੍ਰਿਪਸ਼ਨ ਹੈ ਉਹ ਸ਼ੋ ਹੋ ਜਾਏਗੀ। ਨੈਕਸਟ ਈਅਰ ਦੇ ਵਿੱਚ ਸਾਡੇ ਕੋਲ 2,000 ਰੁਪਇਆ ਜਿਹੜਾ ਹੈ ਉਹ ਰਿਸੀਵ ਹੋ ਚੁੱਕਿਆ ਹੈ, ਮਤਲਬ 2014 ਦਾ ਸਾਡੇ ਕੋਲ 2,000 ਰੁਪਇਆ ਆ ਚੁੱਕਿਆ ਹੈ, ਜੋ ਕਿ ਹਜੇ ਰਿਸੀਵ ਹੋਣਾ ਤਾਂ ਨਹੀਂ ਚਾਹੀਦਾ ਸੀਗਾ ਕਿਉਂਕਿ ਉਹ ਨੈਕਸਟ ਈਅਰ ਦਾ ਹੈ, ਪਹਿਲਾਂ ਹੀ ਰਿਸੀਵ ਹੋ ਗਿਆ ਹੈ, ਰਿਸੀਵਡ ਇਨ ਐਡਵਾਂਸ ਹੈ। ਹੁਣ ਆਪਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਜਿਹੜਾ ਹੈ ਉਹ ਬਣਾਉਣੇ ਆ। ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਫॉर ਦੀ ਈਅਰ ਐਂਡਡ 31 ਦਸੰਬਰ 2013। ਹੁਣ ਸਾਡੇ ਕੋਲ ਈਅਰ ਦੀ ਜਿਹੜੀ ਐਂਡਿੰਗ ਹੈ ਉਹ ਕਿਆ ਹੈ 2013 ਦੀ 31 ਦਸੰਬਰ 2013। ਤੇ ਇਨਕਮ ਵਾਲੀ ਸਾਈਡ ਸਾਡੀ ਜਿਹੜੀ ਹੈ ਸਬਸਕ੍ਰਿਪਸ਼ਨ ਸ਼ੋ ਹੁੰਦੀ ਹੈ, ਆਪਾਂ ਬਾਏ ਸਬਸਕ੍ਰਿਪਸ਼ਨ ਪਾਵਾਂਗੇ ਡਿਊਰਿੰਗ ਦੀ ਈਅਰ ਸਾਨੂੰ ਜਿੰਨੀ ਰਿਸੀਵ ਹੋਈ ਹੈ। ਡਿਊਰਿੰਗ ਦੀ ਈਅਰ ਸਾਨੂੰ 55,000 ਰਿਸੀਵ ਹੋਇਆ ਹੈ ਤੇ ਟੋਟਲ ਸਾਡੇ ਕੋਲ ਜਿਹੜਾ ਹੈ ਕਿਆ ਹੈ 60,000 ਰੁਪਇਆ ਹੈ, ਉਹਨੂੰ ਆਪਾਂ ਸ਼ੋ ਕਰ ਦਾਂਗੇ। ਸਾਨੂੰ 60,000 ਰੁਪਇਆ ਹੀ ਜਿਹੜਾ ਹੈ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਸ਼ੋ ਕਰਨਾ ਪੈਣਾ ਕਿਉਂਕਿ ਸਾਨੂੰ ਪਤਾ ਹੈ ਕਿ ਇੰਨਾ ਸਾਨੂੰ ਰਿਸੀਵ ਹੋਣਾ ਚਾਹੀਦਾ ਹੀ ਹੈ। ਤੇ ਜਿਹੜਾ ਸਾਡੇ ਕੋਲ 5,000 ਦਾ ਇਹ ਗੈਪ ਆ ਰਿਹਾ ਹੈ ਡਿਊਰਿੰਗ ਦੀ ਈਅਰ ਰਿਸੀਵ 55,000 ਹੋ ਰਿਹਾ ਹੈ, ਹੋਣਾ ਚਾਹੀਦਾ ਹੈ 60,000, ਤੇ ਜਿਹੜਾ ਇਹ ਗੈਪ ਹੈ ਇਹ ਹੈ ਸਾਡੀ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਐਂਡ ਆਫ ਦੀ ਈਅਰ ਦੇ ਐਂਡ ਦੇ ਵਿੱਚ ਸਾਡੇ ਕੋਲ ਸਬਸਕ੍ਰਿਪਸ਼ਨ ਜਿਹੜੀ ਹੈ ਉਹ 5,000 ਰੁਪਇਆ ਆਊਟਸਟੈਂਡਿੰਗ ਹੈ। ਇਹ ਹੈ ਸਾਡੀ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਅਸੀਂ ਸ਼ੋ ਕਰਨਾ ਹੈ। ਦੇਖੋ ਪਿਛਲੇ ਕੁਐਸਚਨ ਦੇ ਵਿੱਚ ਸਾਨੂੰ ਚਾਰੇ ਚੀਜ਼ਾਂ ਜਿਹੜੀਆਂ ਡਿਊਰਿੰਗ ਦੀ ਈਅਰ ਦੇ ਵਿੱਚ ਆਊਟਸਟੈਂਡਿੰਗ ਐਟ ਦੀ ਐਂਡ ਐਡ ਕਰਨੀ ਪੈਂਦੀ ਸੀ, ਰਿਸੀਵਡ ਇਨ ਐਡਵਾਂਸ ਓਪਨਿੰਗ ਦੀ ਐਡ ਕਰਨੀ ਪੈਂਦੀ ਸੀ, ਤੇ ਲੈਸ ਕਰਨੀ ਪੈਂਦੀ ਸੀ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਓਪਨਿੰਗ ਦੀ ਈਅਰ, ਤੇ ਲੈਸ ਕਰਨੀ ਪੈਂਦੀ ਸੀ ਰਿਸੀਵਡ ਇਨ ਐਡਵਾਂਸ ਐਟ ਦੀ ਐਂਡ ਆਫ ਦੀ ਈਅਰ, ਤਾਂ ਸਾਡੇ ਕੋਲ ਸਬਸਕ੍ਰਿਪਸ਼ਨ ਜਿਹੜੀ ਹੈ ਉਹ ਇਨਕਮ ਕੈਲਕੂਲੇਟ ਹੁੰਦੀ ਸੀ। ਬਟ ਇੱਦਾਂ ਦੇ ਕੁਐਸਚਨ ਦੇ ਵਿੱਚ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਟੋਟਲ ਕਿੰਨੀ ਰਿਸੀਵ ਹੋਣੀ ਹੈ। ਸਾਨੂੰ ਟੋਟਲ 60,000 ਰਿਸੀਵ ਹੋਣਾ ਸੀ ਤੇ 55,000 ਹੋ ਚੁੱਕਿਆ ਹੈ ਤੇ 5,000 ਰੁਪਇਆ ਸਾਡਾ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਹੈ। ਨੈਕਸਟ ਹੈ ਸਾਡੇ ਕੋਲ ਬੈਲੈਂਸ ਸ਼ੀਟ। ਹੁਣ ਦੇਖੋ ਤੁਹਾਡੇ ਕੋਲ ਦੋ ਤਰ੍ਹਾਂ ਦੀ ਬੈਲੈਂਸ ਸ਼ੀਟ ਇੱਥੇ ਜਿਹੜੀ ਹੈ ਦਿੱਤੀ ਹੋਈ ਹੈ। बैलेंस शीट एज ऑन 31 दसंबर 2012, बैलेंस शीट एज ऑन 31 दसंबर 2013। ਜਿਹੜੀ ਤਾਂ 2012 ਵਾਲੀ ਹੈ ਇਹ ਸਾਡੀ ਓਪਨਿੰਗ ਬੈਲੈਂਸ ਸ਼ੀਟ ਹੈ ਤੇ ਇਹ ਸਾਡੀ ਕਲੋਜ਼ਿੰਗ ਬੈਲੈਂਸ ਸ਼ੀਟ ਹੈ। ਕੁਐਸਚਨ ਦੇ ਵਿੱਚ ਕਦੇ ਵੀ ਤੁਸੀਂ ਇਦਾਂ ਨਹੀਂ ਲਿਖਣਾ ਕਿ ਓਪਨਿੰਗ ਬੈਲੈਂਸ ਸ਼ੀਟ ਹੈ ਜਾਂ ਕਲੋਜ਼ਿੰਗ ਬੈਲੈਂਸ ਸ਼ੀਟ ਹੈ। ਡੇਟ ਨੂੰ ਦੇਖ ਕੇ ਐਗਜ਼ਾਮੀਨਰ ਜਿਹੜਾ ਹੈ ਸਮਝ ਜਾਂਦਾ ਹੈ ਕਿ ਓਪਨਿੰਗ ਬੈਲੈਂਸ ਸ਼ੀਟ ਕਿਹੜੀ ਹੈ ਤੇ ਕਲੋਜ਼ਿੰਗ ਬੈਲੈਂਸ ਸ਼ੀਟ ਕਿਹੜੀ ਹੈ। ਹੁਣ ਦੇਖੋ बैलेंस शीट ਦੇ ਵਿੱਚ ਲਾਇਬਿਲਿਟੀ ਸਾਈਡ ਜਿਹੜੀ ਸਾਡੀ ਐਡਵਾਂਸ ਸਬਸਕ੍ਰਿਪਸ਼ਨ ਹੈ ਉਹ ਸ਼ੋ ਕੀਤੀ ਜਾਂਦੀ ਹੈ ਤੇ ਐਸੈਟ ਸਾਈਡ ਸਾਡੀ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਜਿਹੜੀ ਹੈ ਉਹ ਸ਼ੋ ਕੀਤੀ ਜਾਂਦੀ ਹੈ। ਬੈਲੈਂਸ ਸ਼ੀਟ ਜਦੋਂ ਆਪਾਂ ਪੂਰੀ ਵੀ ਬਣਾਉਂਦੇ ਹਾਂ ਫੁੱਲ ਫਲੈਜ ਵੀ ਬਣਾਉਂਦੇ ਹਾਂ ਤਾਂ ਐਡਵਾਂਸ ਸਬਸਕ੍ਰਿਪਸ਼ਨ ਜਿਹੜੀ ਹੈ ਕਿਉਂਕਿ ਸਾਡੀ ਸਬਸਕ੍ਰਿਪਸ਼ਨ ਇਨਕਮ ਹੈ ਉਹ ਐਡਵਾਂਸ ਦੇ ਵਿੱਚ ਰਿਸੀਵ ਹੋ ਗਈ ਹੈ ਉਹਨੂੰ ਅਸੀਂ ਲਾਇਬਿਲਿਟੀ ਮੰਨਾਂਗੇ ਤੇ ਜਿਹੜੀ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਹੈ ਉਹਨੂੰ ਅਸੀਂ ਐਸੈਟ ਮੰਨਾਂਗੇ। देखो ओपनिंग बैलेंस शीट ਦੇ ਵਿੱਚ 31 ਦਸੰਬਰ 2012 ਵਾਲੀ बैलेंस शीट ਦੇ ਵਿੱਚ ਦੇਖੋ ਸਾਡੇ ਕੋਲ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਗਿਵਨ ਹੈ 4,000 ਰੁਪਇਆ ਕਿਉਂਕਿ ਕੁਐਸਚਨ ਦੇ ਵਿੱਚ ਸਾਨੂੰ ਦੱਸਿਆ ਹੈ ਕਿ ਰਿਸੀਵ ਸਾਨੂੰ 3,000 ਹੋਈ ਹੈ ਤੇ ਆਊਟਸਟੈਂਡਿੰਗ ਜਿਹੜੀ ਸਟਿਲ ਆਊਟਸਟੈਂਡਿੰਗ ਚੱਲ ਰਹੀ ਹੈ ਉਹ ਹੈ 1,000। ਟੋਟਲ ਮਤਲਬ ਸਾਡੇ ਕੋਲ 4,000 ਰੁਪਇਆ ਆਊਟਸਟੈਂਡਿੰਗ ਪਿਆ ਹੈ। 3,000 ਪਹਿਲਾਂ ਦਾ ਤੇ 1,000 ਬਾਅਦ ਦਾ। ਟੋਟਲ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਸਾਡੇ ਕੋਲ 2012 ਦੀ ਹੋਗੀ 4,000। ਤੇ ਨਾਲ ਹੀ ਐਡਵਾਂਸ ਸਬਸਕ੍ਰਿਪਸ਼ਨ ਦੇਖੋ ਐਡਵਾਂਸ ਸਬਸਕ੍ਰਿਪਸ਼ਨ ਦੀ ਕੋਈ ਵੀ ਇਨਫੋਰਮੇਸ਼ਨ ਸਾਨੂੰ ਦਿੱਤੀ ਨਹੀਂ ਹੈ। ਸਾਡੇ ਕੋਲ ਕੋਈ ਵੀ ਐਡਵਾਂਸ ਦੇ ਵਿੱਚ ਰਿਸੀਵ ਸਬਸਕ੍ਰਿਪਸ਼ਨ ਨਹੀਂ ਹੈ ਇਸ ਲਈ 2012 ਦੇ ਵਿੱਚ ਐਡਵਾਂਸ ਸਬਸਕ੍ਰਿਪਸ਼ਨ ਸਾਡੀ ਨਿਲ ਹੈ। ਇਹ ਸਾਡੀ ਬੈਲੈਂਸ ਸ਼ੀਟ ਬਣ ਜਾਏਗੀ ਓਪਨਿੰਗ ਬੈਲੈਂਸ ਸ਼ੀਟ। ਨੈਕਸਟ ਸਾਡੇ ਕੋਲ ਕਲੋਜ਼ਿੰਗ ਬੈਲੈਂਸ ਸ਼ੀਟ ਜਿਹੜੀ ਕਿ 31 ਦਸੰਬਰ 2013 ਦੀ ਹੈ। ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਵੀ ਅਸੀਂ ਈਅਰ ਜਿਹੜਾ ਹੈ ਉਹ 2013 ਦਾ ਬਣਾ ਰਹੇ ਹੈ। ਇਟ ਮੀਨਸ ਇਹ ਵੀ ਸਾਡੀ ਕਲੋਜ਼ਿੰਗ ਬੈਲੈਂਸ ਸ਼ੀਟ ਹੈ। ਇਹ ਵੀ ਉਸੇ ਡੇਟ ਨੂੰ ਬਣੇਗੀ ਜੋ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੀ ਡੇਟ ਹੈ।
ਹੁਣ ਦੇਖੋ ਲਾਇਬਿਲਿਟੀ ਸਾਈਡ ਸਾਡੀ ਐਡਵਾਂਸ ਸਬਸਕ੍ਰਿਪਸ਼ਨ ਜਿਹੜੀ ਹੈ ਉਹ ਅਸੀਂ 2000 ਸ਼ੋ ਕੀਤੀ ਹੈ। ਕਿਉਂ? ਕਿਉਂਕਿ 2014 ਦੀ ਜਿਹੜੀ ਸਬਸਕ੍ਰਿਪਸ਼ਨ ਹੈ 2000 ਰੁਪਇਆ ਉਹ ਸਾਨੂੰ ਪਹਿਲਾਂ ਹੀ ਰਿਸੀਵ ਹੋ ਚੁੱਕਿਆ ਹੈ। ਇਹ ਰਿਸੀਵਡ ਇਨ ਐਡਵਾਂਸ ਹੈ। ਆਊਟਸਟੈਂਡਿੰਗ ਸਬਸਕ੍ਰਿਪਸ਼ਨ ਹੈ, ਦੇਖੋ 2012 ਦੀ ਇੱਥੇ ਕਿਉਂ ਲਿਖੀ? ਦੇਖੋ 2012 ਦੀ ਅਸੀਂ ਇੱਥੇ ਵੀ ਲਿਖੀ ਹੈ, ਇਹਨੂੰ 1000 ਨੂੰ ਅਸੀਂ ਇੱਥੇ ਵੀ ਲਿਖਿਆ ਹੈ। ਹੁਣ ਇੱਥੇ ਕਿਉਂ ਲਿਖਿਆ ਹੈ 2013 ਦੇ ਵਿੱਚ? ਕਿਉਂਕਿ ਉਹ ਸਬਸਕ੍ਰਿਪਸ਼ਨ ਜਿਹੜੀ ਹੈ ਆਊਟਸਟੈਂਡਿੰਗ ਸਟਿਲ ਆਊਟਸਟੈਂਡਿੰਗ ਹੈ, ਹਜੇ ਤੱਕ ਵੀ ਉਹ ਮਿਲੀ ਨਹੀਂ ਹੈ, 2013 ਚ ਵੀ ਨਹੀਂ ਮਿਲੀ, ਇਸ ਲਈ ਅਸੀਂ ਇਹਨੂੰ ਇੱਥੇ ਸ਼ੋ ਕਰਾਂਗੇ। ਤੇ 2013 ਦੇ ਵਿੱਚ ਸਾਡੇ ਕੋਲ 5000 ਆਊਟਸਟੈਂਡਿੰਗ ਹੈ, ਕਿਉਂਕਿ 5000 ਰੁਪਇਆ ਜਿਹੜਾ ਹੈ ਉਹ ਸਾਨੂੰ ਰਿਸੀਵ ਨਹੀਂ ਹੋਇਆ ਐਂਡ ਤੱਕ, ਐਂਡ ਆਫ ਦੀ ਈਅਰ ਤੱਕ, ਇਸ ਲਈ ਇਹ ਟੋਟਲ ਜਿਹੜਾ ਹੈ 5000 ਪਲੱਸ 1000 6000 ਸਾਡੇ ਕੋਲ ਆਊਟਸਟੈਂਡਿੰਗ ਸਬਸਕ੍ਰਿਪਸ਼ਨ ਹੈ, ਜੋ ਕਿ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਸ਼ੋ ਕਰਾਂਗੇ। ਇਹਦੇ ਨਾਲ ਹੀ ਇਹ ਕੁਐਸਚਨ ਜਿਹੜਾ ਹੈ ਇਹ ਖਤਮ ਹੁੰਦਾ ਹੈ। ਅੱਜ ਤੁਹਾਨੂੰ ਇਹਦੇ ਨਾਲ ਦੇ ਕੁਐਸਚਨਸ ਜਿਹੜੇ ਆ ਉਹ ਮੈਂ ਤੁਹਾਨੂੰ ਭੇਜਾਂਗੀ, ਜੋ ਤੁਸੀਂ ਸੋਲਵ ਕਰਨੇ ਆ। ਜਿਹੜੇ ਪਿਛਲੇ ਕੁਐਸਚਨਸ ਹੈ ਉਹ ਵੀ ਤੁਸੀਂ ਸੋਲਵ ਕਰਕੇ ਦਿਖਾਣੇ ਆ ਤੇ ਇਹ ਵੀ ਕੁਐਸਚਨ ਸੋਲਵ ਕਰਕੇ ਦਿਖਾਣੇ ਆ। ਬਹੁਤੇ ਬੱਚੇ ਜਿਹੜੇ ਹੈ ਕੁਐਸਚਨਸ ਸੋਲਵ ਨਹੀਂ ਕਰ ਰਹੇ ਆ ਜੇ, ਮੈਂ ਤੁਹਾਨੂੰ ਬਾਰ-ਬਾਰ ਕਹੀ ਜਾ ਰਹੀ ਹਾਂ ਕਿ ਕੁਐਸਚਨਸ ਨੂੰ ਅਗਰ ਤੁਸੀਂ ਨਾਲ ਦੀ ਨਾਲ ਕਰੋਗੇ ਤਦ ਹੀ ਜਿਹੜਾ ਹੈ ਤੁਹਾਨੂੰ ਇਹ ਸਮਝ ਲੱਗੇਗਾ। ਅਗਰ ਇੱਕ ਵਾਰ ਟੌਪਿਕ ਨਿਕਲ ਗਿਆ ਮੁੜ ਕੇ ਉਹਨੂੰ ਸਮਝਣਾ ਜਿਹੜਾ ਹੈ ਉਹ ਔਖਾ ਹੋ ਜਾਂਦਾ ਹੈ, ਇਸ ਲਈ ਨਾਲ ਦੀ ਨਾਲ ਜਿਹੜਾ ਹੈ ਆਪਣਾ ਕੰਮ ਕਰੋ। ਥੈਂਕ ਯੂ ਸਟੂਡੈਂਟਸ।